ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਜਿਣਸ ਦਾ ਉਹ ਖਤਮ ਹੋਣ ਦੇ ਨਾਲ ਮਾਰਕੀਟ ਕਮੇਟੀ ਖਤਮ ਹੋਵੇਗੀ ਤੇ ਪੰਜਾਬ ਨੂੰ ਜਿਹੜਾ 4,500 ਕਰੋੜ ਦਾ ਘਾਟਾ ਪੈਣਾ ਉਹਦਾ ਅਸਰ ਇਹਨਾਂ ਤੇ ਵੀ ਪੈਣਾ। ਫਰਕ ਇੰਨਾ ਹੈ ਕਿ ਅਸੀਂ ਕਿਸਾਨ ਦੀ ਫੋਟੋ ਲਾ ਕੇ ਹੁਣ ਕਹਿ ਰਹੇ ਹੁੰਦੇ ਆ ਸਾਡੇ ਹੱਕ ਇੱਥੇ ਰੱਖ, ਇਹਨਾਂ ਨੇ ATM ਦੀ ਫੋਟੋ ਪਾਈ ਹੋਣੀ ਤੇ ਕਹਿੰਦੇ ਹੋਣਾ ਕਿ ਸਾਡੀ ਤਨਖਾਹ ATM 'ਚ ਪਾ। ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਖਾਸ ਕਰਕੇ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਤੇ ਕਿਸੇ ਵੀ ਸਰੀਰ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ ਨਾ ਤੇ ਅੰਗ ਸਾਰੇ ਕੰਮ ਕਰਨੋਂ ਹਟ ਜਾਂਦੇ ਆ। ਇਹ ਲੜਾਈ ਕਿਸੇ ਇੱਕ ਧੜੇ ਦੀ ਨਹੀਂ, ਕਿਸੇ ਇੱਕ ਜਾਤੀ ਦੀ ਨਹੀਂ, ਇਹ ਕਿਸੇ ਇੱਕ ਧਰਮ ਦੀ ਨਹੀਂ ਹੈ। ਇਹ ਪੰਜਾਬ ਦੀ ਜੰਗ ਹੈ, ਇਹ ਪੰਜਾਬ ਦੇ ਹੋਂਦ ਦੀ ਜੰਗ ਹੈ। ਔਰ ਜਿਹੜੀ ਪੰਜਾਬ ਦੀ ਹੋਂਦ ਹੈ ਨਾ ਉਹਦੇ 'ਚ ਸਾਡਾ ਸਾਰਿਆਂ ਦਾ ਹੱਕ ਇਸ ਕਰਕੇ ਹੈ ਕਿ ਇਹਨੂੰ ਆਜ਼ਾਦ ਕਰਾਉਣ ਦੇ ਵਾਸਤੇ ਸਾਡਾ ਸਾਰਿਆਂ ਦਾ ਬਰਾਬਰ ਦਾ ਖੂਨ ਡੁੱਲਾ ਹੈ। ਔਰ ਜੋ ਕੁਝ ਹੋ ਰਿਹਾ ਹੈ ਉਹ ਸਭ ਕੁਝ ਇਸ ਸਟੇਟ ਨੂੰ ਏਕਾ ਕੇਂਦਰਿਤ ਕਰਨ ਦੇ ਵਾਸਤੇ ਹੋ ਰਿਹਾ। ਇੱਕ ਵਿਚਾਰਧਾਰਾ, ਇੱਕ ਰਾਜ, ਇੱਕ ਧਰਮ, ਇੱਕ ਪੱਖ, ਉਹਦੇ ਵਾਸਤੇ ਹੋ ਰਿਹਾ। ਔਰ ਕਦੀ ਵੀ ਜਦੋਂ ਬਹੁ ਕੇਂਦਰਿਤ ਦੇਸ਼ਾਂ ਦੇ ਵਿੱਚ ਏਕਾ ਕੇਂਦਰਿਤ ਵਿਚਾਰਧਾਰਾ ਨੂੰ ਪ੍ਰਵਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਦੇਸ਼ਾਂ ਦੇ ਟੁਕੜੇ ਹੋ ਜਾਂਦੇ ਨੇ। ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਚਿਆ ਸੀ ਕਿ 2 ਵਜੇ ਤੱਕ ਸਮਾਪਤੀ ਅਸੀਂ ਕਰਨੀ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਤੇ ਪੰਜਾਬੀ ਦੇ ਨੈਤਿਕ ਕਦਰਾਂ ਕੀਮਤਾਂ ਦੇ ਉੱਪਰ ਬੋਲਣ ਵਾਲੇ ਗਾਇਕ ਵੀਰ ਸਿੰਘ ਹੁਣਾਂ ਨੇ ਅਖੀਰ ਦੇ ਵਿੱਚ ਤੁਹਾਡੇ ਨਾਲ ਮੁਖਾਤਿਬ ਹੋਣਾ ਹੈ। ਸੋ ਜਿਹੜਾ ਅੱਜ ਦੇ ਇਸ ਇਕੱਠ ਦਾ ਮੁੱਖ ਮੁੱਦਾ ਸੀ, ਉਹਦੇ ਵਿੱਚ ਅਹਿਮ ਗੱਲ ਇਹ ਸੀ ਕਿ ਜੇਕਰ ਪੰਜਾਬ ਦੀ ਕਿਸਾਨੀ, ਪੰਜਾਬ ਦੀ ਜ਼ਰਾਇਤ, ਖੇਤੀਬਾੜੀ ਕਰ ਰਿਹਾ ਕਿਸਾਨ ਤੇ ਕਿਰਤੀ ਮਜ਼ਦੂਰ ਜੇਕਰ ਆਰਥਿਕ ਤੌਰ ਦੇ ਉੱਪਰ ਉਹ ਪ੍ਰਭਾਵਿਤ ਹੁੰਦੇ ਨੇ ਤਾਂ ਸਮੁੱਚੇ ਪੰਜਾਬ ਦੇ ਸਾਰੇ ਵਰਗ ਜਿਹੜੇ ਨੇ ਉਹ ਕਿਵੇਂ ਪ੍ਰਭਾਵਿਤ ਹੁੰਦੇ ਨੇ। ਇਹ ਜਿਹੜੇ 3 ਆਰਡੀਨੈਂਸ ਨੇ, ਇਹਨਾਂ ਦੇ ਵਿੱਚੋਂ ਉਦਾਹਰਨਾਂ ਤਾਂ ਕਈ ਲਈਆਂ ਜਾ ਸਕਦੀਆਂ ਨੇ, ਪਰ ਜੇਕਰ ਮੈਂ ਤੁਹਾਨੂੰ ਪਿਛੋਕੜ ਦੀ ਗੱਲ ਦੱਸਾਂ ਤਾਂ ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਖਿੱਤੇ ਦੇ ਵਿੱਚ ਜਦੋਂ ਕੋਈ ਵੀ ਉਪੱਦਰ ਸ਼ੁਰੂ ਹੁੰਦਾ ਹੈ ਤੇ ਉਹਦੀ ਆਰੰਭਤਾ ਜਿਹੜੀ ਹੈ ਉਹ ਆਰਥਿਕ ਨਾ ਬਰਾਬਰੀ ਤੋਂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਘਰ ਨਹੀਂ ਜਾਂਦੇ, ਲਾਲੋ ਦੇ ਘਰ ਕਿਉਂ ਜਾਂਦੇ ਨੇ? ਕਿਉਂਕਿ ਗੱਲ ਇਹ ਹੈ ਕਿ ਆਰਥਿਕ ਨਾ ਬਰਾਬਰੀ ਦੇ ਉਸ ਪਾੜੇ ਨੂੰ ਖਤਮ ਕਰਨਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਇੱਕ ਖੇਤੀ ਦਾ ਮਾਡਲ ਦਿੱਤਾ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਤਕਰੀਬਨ 17,500 ਏਕੜ ਰਾਏ ਬਲਾਰ ਦੇ ਪਰਿਵਾਰ ਨੇ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਨੂੰ ਦਿੱਤੀ, ਪਰ ਉਹਨਾਂ ਨੇ ਉੱਥੇ ਖੇਤੀ ਨਹੀਂ ਕੀਤੀ। ਪਰ ਜਿਹੜਾ ਖੇਤੀ ਦਾ ਮਾਡਲ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਪੇਸ਼ ਕੀਤਾ, ਕਰਤਾਰਪੁਰ ਸਾਹਿਬ ਪੇਸ਼ ਕੀਤਾ। ਸਨਅਤਕਾਰੀ ਵਪਾਰ ਗੁਰੂ ਸਾਹਿਬ ਦੇ ਸਮੇਂ ਵੀ ਹੋਇਆ। ਚੌਥੇ ਪਾਤਸ਼ਾਹ ਨੇ, 5ਵੇਂ ਪਾਤਸ਼ਾਹ ਨੇ ਜਿਹੜਾ ਅੰਮ੍ਰਿਤਸਰ ਨੂੰ ਵਪਾਰਕ ਕੇਂਦਰ ਬਣਾਇਆ, ਉਹ ਵੀ ਸਾਨੂੰ ਵੇਖਣਾ ਪਵੇਗਾ ਕਿ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਖੇਤੀ ਦਾ ਮਾਡਲ ਦਿੱਤਾ ਹੈ, ਜਿਹੜਾ ਵਪਾਰ ਦਾ ਮਾਡਲ ਦਿੱਤਾ ਹੈ, ਉਹਦੇ ਵਿੱਚ ਆਰਥਿਕਤਾ ਦੀ ਬਰਾਬਰਤਾ ਕਿੰਨੀ ਹੈ ਤੇ ਜਿਹੜਾ ਮਾਡਲ ਅੱਜ ਸਾਡੇ ਸਾਹਮਣੇ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਨਾ ਬਰਾਬਰੀ ਕਿੰਨੀ ਹੈ। ਉਹਦੇ ਵਿੱਚ ਇੱਕ ਪੱਖ ਅਮੀਰ ਹੋਵੇਗਾ ਜਿਹੜਾ ਬਹੁਤ ਵੱਡਾ ਪੂੰਜੀਵਾਦੀ ਹੈ, ਤੇ ਜਿਹੜਾ ਕਿਰਤੀ ਮਜ਼ਦੂਰ, ਕਿਸਾਨ ਤੇ ਛੋਟਾ ਦੁਕਾਨਦਾਰ ਹੈ ਉਹਦਾ ਨੁਕਸਾਨ ਹੋਵੇਗਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਇਹ ਧਰਨੇ ਸਿਰਫ ਅਸੀਂ ਕਿਸਾਨ ਜਾਂ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਥੋੜੇ ਜਿਹੇ ਜਾਗਰੂਕ ਵਰਗ ਹੀ ਨਹੀਂ ਦੇਵਾਂਗੇ। ਥੋੜਾ ਜਿਹਾ ਸਮਾਂ ਹੋਰ ਰੁਕ ਜਾਓ। ਅੱਜ ਜਿਹੜੇ ਪੁਲਿਸ ਵਾਲੇ ਵੀਰ ਨੇ ਨਾ, ਜਿਹੜੇ ਅੱਜ ਸਾਡੇ ਦੁਆਲੇ ਖੜੇ ਨੇ, ਕੁਝ ਸਾਲ ਠਹਿਰ ਜਾਓ, ਇਹ ਧਰਨਾ ਲਾ ਕੇ ਬੈਠੇ ਹੋਣਗੇ, ਤੁਸੀਂ ਇਹਨਾਂ ਦੇ ਦੁਆਲੇ ਖੜੇ ਹੋਣਾ। ਉਹਦਾ ਕਾਰਨ ਇਹ ਹੈ ਕਿ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਦੇ ਖਤਮ ਹੋਣ ਦੇ ਨਾਲ
ਤੇ ਸਾਰੇ ਸੂਬਿਆਂ ਦੇ ਵਿੱਚ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਜਿਣਸ ਦਾ ਉਹ ਖਤਮ ਹੋਣ ਦੇ ਨਾਲ ਮਾਰਕੀਟ ਕਮੇਟੀ ਖਤਮ ਹੋਵੇਗੀ ਤੇ ਪੰਜਾਬ ਨੂੰ ਜਿਹੜਾ 4.5 ਕਰੋੜ ਦਾ ਘਾਟਾ ਪੈਣਾ ਉਹਦਾ ਅਸਰ ਇਹਨਾਂ ਤੇ ਵੀ ਪੈਣਾ। ਫਰਕ ਇੰਨਾ ਹੈ ਕਿ ਅਸੀਂ ਕਿਸਾਨ ਦੀ ਫੋਟੋ ਲਾ ਕੇ ਹੁਣ ਕਹਿ ਰਹੇ ਹੁੰਦੇ ਆ ਸਾਡੇ ਹੱਕ ਇੱਥੇ ਰੱਖ, ਇਹਨਾਂ ਨੇ ATM ਦੀ ਫੋਟੋ ਪਾਈ ਹੋਣੀ ਤੇ ਕਹਿੰਦੇ ਹੋਣਾ ਕਿ ਸਾਡੀ ਤਨਖਾਹ ATM 'ਚ ਪਾ। ਫਰਕ ਇੰਨਾ ਹੋਣਾ। ਧਰਨੇ ਇਹਨਾਂ ਨੂੰ ਵੀ ਲਾਉਣੇ ਪੈਣੇ, ਧਰਨੇ ਅਧਿਆਪਕਾਂ ਨੂੰ ਵੀ ਲਾਉਣੇ ਪੈਣੇ ਆ। ਜਿੰਨੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਪੰਜਾਬ ਸਰਕਾਰ ਦੇ ਅਧੀਨ ਕਾਰਜ ਕਰ ਰਹੇ ਜਿਹੜੇ ਕਰਮਚਾਰੀ ਨੇ, ਆਰਥਿਕਤਾ ਦਾ ਅਸਰ ਉਹਨਾਂ ਦੇ ਉੱਪਰ ਵੀ ਪੈਣਾ। ਛੋਟੇ ਦੁਕਾਨਦਾਰ ਨੂੰ ਵੀ ਸ਼ਾਮਲ ਹੋਣਾ ਪੈਣਾ। ਉਹਦਾ ਕਾਰਨ ਇਹ ਹੈ ਕਿ ਜਦੋਂ ਐਗਰੀਕਲਚਰ ਐਗਰੀਮੈਂਟ ਦੇ ਵਿੱਚ ਜਦੋਂ ਕਿਸਾਨ ਨੂੰ ਇਹ ਕਿਹਾ ਜਾਵੇਗਾ ਕਿ ਤੇਰੀ ਫਸਲ ਨੂੰ ਆਹ ਕੰਪਨੀ ਖਰੀਦੇਗੀ ਤੇ ਉਸ ਨੂੰ ਉਸਦੇ ਇਨਸੈਕਟੀਸਾਈਡ, ਪੈਸਟੀਸਾਈਡ, ਸਟੇਸ਼ਨਰੀ ਤੇ ਘਰੇਲੂ ਵਸਤਾਂ ਨੂੰ ਖਰੀਦਣ ਦੇ ਵਾਸਤੇ ਉਹ ਵੱਡੀਆਂ ਜਿਹੜੀਆਂ ਪੂੰਜੀਵਾਦੀ ਕੰਪਨੀਆਂ ਨੇ ਉਹ ਇਲੈਕਟ੍ਰੋਨਿਕ ਕਾਰਡ ਵੀ ਪ੍ਰੋਵਾਈਡ ਕਰਨਗੀਆਂ ਕਿ ਆਹ ਤੁਸੀਂ ਕਾਰਡ ਲੈ ਕੇ ਜਾਓ ਤੇ ਸਾਡੇ ਤੁਸੀਂ ਮਾਲ ਦੇ ਉੱਪਰੋਂ ਜਿਹੜਾ ਮਰਜ਼ੀ ਸਮਾਨ ਖਰੀਦ ਲਓ, ਜਿਹਦੀ ਜੇਬ 'ਚ ਕਾਰਡ ਹੋਵੇਗਾ ਉਹ ਕਦੀ ਰੇਹੜੀ ਦੇ ਉੱਪਰ ਸੌਦਾ ਖਰੀਦਣ ਨਹੀਂ ਜਾਵੇਗਾ, ਉਹ ਛੋਟੇ ਦੁਕਾਨਦਾਰ ਦੇ ਕੋਲ ਨਹੀਂ ਜਾਵੇਗਾ। ਅੱਜ ਜਿਹੜੇ ਲੋਕ ਕਹਿ ਰਹੇ ਨੇ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ, ਕਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਕੋਈ ਕਾਨੂੰਨ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ ਤੇ ਲੋਕ ਸੰਘਰਸ਼ ਕਰ ਰਹੇ ਹੋਣ? ਪਰ ਸੰਘਰਸ਼ ਕਰਨ ਵਾਲਿਆਂ ਦੀ ਗਿਣਤੀ ਵੱਲ ਵੀ ਨਾ ਜਾਇਓ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਸੰਘਰਸ਼ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਵੀ ਕੀਤਾ ਹੈ। ਉਹ ਸੰਘਰਸ਼ ਕੇਵਲ ਸਿੱਖੀ ਦੀ ਹੋਂਦ ਦਾ ਸੰਘਰਸ਼ ਤੇ ਹੈ ਹੀ ਹੈ, ਉਹਦੇ ਵਿੱਚ ਵੀ ਆਰਥਿਕ ਨਾ ਬਰਾਬਰਤਾ ਦੀ ਗੱਲ ਆਉਂਦੀ ਹੈ। ਸ਼ਾਇਦ ਬਹੁਤੀਆਂ ਕਿਤਾਬਾਂ ਦੇ ਵਿੱਚੋਂ, ਮੇਰਾ ਸੰਬੰਧ ਇਤਿਹਾਸਕਾਰੀ ਦੇ ਨਾਲ ਹੈ, ਬਹੁਤੇ ਸਰੋਤਾਂ ਦੇ ਵਿੱਚੋਂ ਇਹ ਗੱਲ ਜਿਹੜੀ ਹੈ ਕੱਢ ਦਿੱਤੀ ਗਈ ਹੈ। ਸਾਨੂੰ ਇੰਨੀ ਕੁ ਗੱਲ ਪੜ੍ਹਾ ਦਿੱਤੀ ਜਾਂਦੀ ਹੈ ਕਿ ਗਰਜਾ ਸਿੰਘ ਤੇ ਬੋਤਾ ਸਿੰਘ ਇੱਕ ਕਿਸਾਨ ਹੈ, ਇੱਕ ਦਲਿਤ ਪਰਿਵਾਰ ਦੇ ਵਿੱਚੋਂ ਹੈ। ਦੋਵੇਂ ਜਾਣੇ ਸੋਟਾ ਲੈ ਕੇ ਨੂਰ ਦੀ ਸਰਾਂ ਦੇ ਕੋਲ ਖੜ ਜਾਂਦੇ ਨੇ ਤੇ ਪਹਿਲਾਂ ਫਰਜ਼ੁੱਲਾ ਖਾਨ ਨੂੰ ਤੇ ਬਾਅਦ ਦੇ ਵਿੱਚ ਜ਼ਕਰੀਆ ਖਾਨ ਨੂੰ ਸੰਬੋਧਿਤ ਹੋ ਕੇ ਇੱਕ ਚਿੱਠੀ ਲਿਖਦੇ ਨੇ ਕਿ ਹੱਥ ਹੈ ਸੋਟਾ ਵਿੱਚ ਰਾਹੇ ਖਲੋਤਾ, ਆਨਾ ਲਾਵੇ ਪੈਸੇ ਨੂੰ ਆਨਾ ਲਾਵੇ ਗੱਡੇ ਨੂੰ, ਪੈਸਾ ਲਾਵੇ ਖੋਤਾ, ਆਖੀ ਭਾਬੀ ਖਾਨੋ ਨੂੰ ਜਿਉਂ ਆਖੇ ਸਿੰਘ ਬੋਤਾ। ਪਰ ਉਹਦੇ ਚੋਂ ਇੱਕ ਲਾਈਨ ਕੱਢ ਦਿੱਤੀ ਗਈ ਕਿ ਇਹ ਜੰਗ ਵੀ ਆਰਥਿਕ ਨਾ ਬਰਾਬਰੀ ਚੋਂ ਸ਼ੁਰੂ ਹੋਈ ਸੀ। ਇਹਦੇ ਵਿੱਚ ਇੱਕ ਲਾਈਨ ਸੀ, ਤੇਰਾ ਅਕਬਰੀ ਕਰ ਹੈ ਖੋਟਾ। ਅਕਬਰ ਦੇ ਸਮੇਂ ਜਿਹੜਾ ਜ਼ਮੀਨੀ ਬੰਦੋਬਸਤ ਦਾ ਤੇ ਲੋਕਾਂ ਦੇ ਉੱਪਰ ਟੈਕਸ ਲਾਉਣ ਦਾ ਸਿਸਟਮ ਅਕਬਰ ਦੇ 9 ਰਤਨਾਂ ਦੇ ਵਿੱਚੋਂ ਕਿਸੇ ਸਮੇਂ ਇੱਥੋਂ ਦੇ ਨਕੋਦਰ ਦੇ ਰਹਿਣ ਵਾਲੇ ਜਿਹੜਾ ਟੋਡਰਮਲ ਨੇ ਬਣਾਇਆ ਸੀਗਾ, ਉਹਦੇ ਵਿੱਚ ਲੋਕਾਂ ਦੇ ਕੋਲੋਂ ਬੜੇ ਟੈਕਸ ਲਏ ਜਾਂਦੇ ਸੀ, ਲੋਕਾਂ ਦੇ ਉੱਪਰ ਆਰਥਿਕਤਾ ਦਾ ਭਾਰ ਪਾਇਆ ਜਾਂਦਾ ਸੀ। ਤੇ ਗਰਜਾ ਸਿੰਘ ਤੇ ਬੋਤਾ ਸਿੰਘ ਦੀ ਲੜਾਈ ਕੇਵਲ ਤੇ ਕੇਵਲ ਆਪਣੀ ਹੋਂਦ ਦਰਸਾਉਣ ਤੱਕ ਸੀਮਤ ਨਹੀਂ ਸੀ, ਬਲਕਿ ਲੋਕਾਂ ਦੀ ਆਰਥਿਕਤਾ ਦੇ ਉੱਪਰ ਵੀ ਬਨਸਰ ਕਰਦੀ ਸੀ। ਸੋ ਇਹ ਸਾਨੂੰ ਵੀ ਇਹ ਵੇਖਣਾ ਪੈਣਾ ਹੈ ਕਿ ਬੇਸ਼ੱਕ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਖਾਸ ਕਰਕੇ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਤੇ ਕਿਸੇ ਵੀ ਸਰੀਰ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ ਨਾ ਤੇ ਅੰਗ ਸਾਰੇ ਕੰਮ ਕਰਨੋਂ ਹਟ ਜਾਂਦੇ ਆ, ਬੰਦਾ ਮੰਜੇ ਤੇ ਪੈ ਜਾਂਦਾ ਹੈ। ਇਹ ਤਾਂ ਸਾਰੇ ਵਰਗਾਂ ਨੂੰ ਸੋਚਣਾ ਪੈਣਾ। ਤੇ ਕੁਝ ਉਹ ਲੋਕ, ਪਰਮਪਾਲ ਵੀਰ ਸਿੰਘ ਨੇ ਗੱਲ ਕੀਤੀ ਸੀ, ਵੀਰ ਸਿੰਘ ਤੁਹਾਨੂੰ ਸਮਝਾ ਦੇਣਗੇ ਕਿਉਂਕਿ ਮੈਂ ਚਾਹੁੰਦਾ ਕਿ ਜ਼ਿਆਦਾ ਵਕਤ ਉਹਨਾਂ ਨੂੰ ਦਿੱਤਾ ਜਾਵੇ। ਉਹ ਗੱਲ ਕੀਤੀ ਸੀ ਕਿ ਕੁਝ ਲੋਕਾਂ ਨੇ ਇਸ ਲੜਾਈ ਨੂੰ ਇਸ ਤਰ੍ਹਾਂ ਬਣਾਉਣ ਦਾ ਯਤਨ ਕੀਤਾ ਜਿਵੇਂ ਇਹ ਲੜਾਈ ਕਿਸੇ ਖਾਸ ਵਰਗ ਦੇ ਖਿਲਾਫ ਹੈ। ਨਹੀਂ, ਜਿਹੜਾ ਵਰਗ ਇਹ ਮਹਿਸੂਸ ਕਰ ਰਿਹਾ ਨਾ ਕਿ ਇਹ ਲੜਾਈ ਉਸ ਵਰਗ ਦੇ ਖਿਲਾਫ ਹੈ, ਉਸ ਨੂੰ ਇਹ ਮਹਿਸੂਸ ਕਰਾ ਰਹੇ ਹੋ ਕਿ ਤੂੰ ਪੰਜਾਬ ਦੇ ਖਿਲਾਫ ਹੈ। ਇਹ ਲੜਾਈ ਕਿਸੇ ਇੱਕ ਧੜੇ ਦੀ ਨਹੀਂ, ਕਿਸੇ ਇੱਕ ਜਾਤੀ ਦੀ ਨਹੀਂ, ਇਹ ਕਿਸੇ ਇੱਕ ਧਰਮ ਦੀ ਨਹੀਂ ਹੈ। ਇਹ ਪੰਜਾਬ ਦੀ ਜੰਗ ਹੈ, ਇਹ ਪੰਜਾਬ ਦੇ ਹੋਂਦ ਦੀ ਜੰਗ ਹੈ। ਔਰ ਜਿਹੜੀ ਪੰਜਾਬ ਦੀ ਹੋਂਦ ਹੈ ਨਾ, ਉਹਦੇ 'ਚ ਸਾਡਾ ਸਾਰਿਆਂ ਦਾ ਹੱਕ ਇਸ ਕਰਕੇ ਹੈ ਕਿ ਇਹਨੂੰ ਆਜ਼ਾਦ ਕਰਾਉਣ ਦੇ ਵਾਸਤੇ ਸਾਡਾ ਸਾਰਿਆਂ ਦਾ ਬਰਾਬਰ ਦਾ ਖੂਨ ਡੁੱਲਾ ਹੈ। ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ, ਜਿਹੜੀਆਂ ਪੰਜਾਬ ਦੀਆਂ ਕੁਰਬਾਨੀਆਂ ਨੇ ਉਹਨਾਂ ਦੀ ਮਿਸਾਲ ਤਾਂ ਇਤਿਹਾਸ 'ਚ ਕਿਤੇ ਮਿਲਦੀ ਨਹੀਂ ਹੈ। ਔਰ ਉਹਦੇ ਬਾਵਜੂਦ ਪੰਜਾਬ ਦੇ ਨਾਲ ਜਿਹੜੇ ਧੋਖੇ ਹੋਏ ਨੇ, ਤੁਹਾਡੇ ਇੱਥੋਂ ਦੇ ਇੱਕ ਲੀਡਰ ਨੇ ਬੜੀ ਟਰੋਲ ਕੀਤੀ, ਬਿਆਨ ਵੀ ਦਿੱਤੇ। ਮੈਂ ਤਾਂ ਸਗੋਂ ਉਹਨੂੰ ਜਵਾਬ 'ਚ ਲਿਖਿਆ ਸੀ ਕਿ ਮੇਰੇ ਵੀਰ ਜੇ ਆਉਣਾ ਤੇ ਉਸ ਧਰਨੇ 'ਚ ਆ ਜਾ, ਪ੍ਰੈਸ ਦੇ ਸਾਹਮਣੇ ਸਾਨੂੰ ਇਹਨਾਂ ਕਿਸਾਨੀ ਬਿੱਲਾਂ ਦੇ ਬਾਰੇ ਦੱਸ ਦੇਵੀਂ ਤੇ ਅਸੀਂ ਤੈਨੂੰ ਜਵਾਬ ਦੇ ਦੇਵਾਂਗੇ। ਕਿਉਂ ਨਹੀਂ ਆਉਂਦੇ? ਆ ਕੇ ਸਾਡੇ ਨਾਲ ਕਿਉਂ ਨਹੀਂ ਗੱਲ ਕਰਦੇ ਕਿ ਇਹ ਜਿਹੜੇ 3 ਬਿੱਲ ਨੇ ਇਹਨਾਂ ਦੇ ਵਿੱਚ ਘਾਟਾਂ ਕੀ ਹੈ? ਪਿੱਛੇ ਜੇ ਕਹਿ ਦਿੱਤਾ ਗਿਆ ਜੀ ਇਹ ਤਾਂ ਪੰਜਾਬ ਸਰਕਾਰ ਨੇ ਵੀ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹੈ, ਕਾਂਗਰਸ, ਅਕਾਲੀ, ਬੀਜੇਪੀ ਇਹਨਾਂ ਸਾਰਿਆਂ 'ਚ ਬਰਾਬਰ ਦੇ ਦੋਸ਼ੀ ਨੇ। ਔਰ ਜੋ ਕੁਝ ਹੋ ਰਿਹਾ ਹੈ
ਉਹ ਸਭ ਕੁਝ ਇਸ ਸਟੇਟ ਨੂੰ ਏਕਾ ਕੇਂਦਰਿਤ ਕਰਨ ਦੇ ਵਾਸਤੇ ਹੋ ਰਿਹਾ। ਇੱਕ ਵਿਚਾਰਧਾਰਾ, ਇੱਕ ਰਾਜ, ਇੱਕ ਧਰਮ, ਇੱਕ ਪੱਖ, ਉਹਦੇ ਵਾਸਤੇ ਹੋ ਰਿਹਾ। ਔਰ ਕਦੀ ਵੀ ਜਦੋਂ ਬਹੁ ਕੇਂਦਰਿਤ ਦੇਸ਼ਾਂ ਦੇ ਵਿੱਚ ਏਕਾ ਕੇਂਦਰਿਤ ਵਿਚਾਰਧਾਰਾ ਨੂੰ ਪ੍ਰਵਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਦੇਸ਼ਾਂ ਦੇ ਟੁਕੜੇ ਹੋ ਜਾਂਦੇ ਨੇ। ਪੰਜਾਬ ਉਹਨਾਂ ਚਿਰ ਜੀ ਸਕਦਾ ਹੈ ਜਿੰਨਾ ਚਿਰ ਇੱਥੇ ਬਹੁ ਕੇਂਦਰਿਤ ਵਿਚਾਰਧਾਰਾ ਚੱਲੇਗੀ, ਜਿਹਨੂੰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿ ਸਕਦੇ ਹੋ, ਜਿਹਦੇ ਵਿੱਚ ਦੀਵਾਨ ਮੋਹਕਮ ਚੰਦ ਵੀ ਬੈਠਾ ਹੋਵੇ, ਜਿਹਦੇ ਵਿੱਚ ਫਕੀਰ ਅਜ਼ੀਜ਼ੁਦੀਨ ਵੀ ਬੈਠਾ ਹੋਵੇ। ਇਹ ਉਸ ਰਾਜ ਦੇ ਵਿੱਚੋਂ ਤੁਹਾਨੂੰ ਪੰਜਾਬ ਦੀ ਬਹੁ ਕੇਂਦਰੀ ਵਿਚਾਰਧਾਰਾ ਨੂੰ ਵੇਖਣਾ ਪੈਣਾ। ਤੇ ਜਿਹੜੇ ਅੱਜ ਕਹਿ ਰਹੇ ਨੇ ਨਾ, ਜਿਸ ਤਰ੍ਹਾਂ ਕੱਲ ਮੀਡੀਆ ਦੇ ਵਿੱਚ ਇਹ ਗੱਲ ਪਾਈ ਗਈ ਕਿ ਇਹ ਜਿਹੜਾ ਲੁਧਿਆਣੇ ਦੇ ਵਿੱਚ ਮੁਜ਼ਾਹਰਾ ਰੱਖਿਆ ਗਿਆ ਇੱਕ ਖਾਸ ਵਰਗ ਨੂੰ ਡਰਾਉਣ ਦੇ ਵਾਸਤੇ ਨਹੀਂ, ਇਹ ਜਿਹੜੀ ਡਰਾਉਣ ਦੀ ਰਾਜਨੀਤੀ ਹੈ ਉਹੀ ਵਰਗ ਕਰ ਰਿਹਾ ਹੈ ਜਿਹੜਾ ਉਸ ਵਰਗ ਦੇ ਮਾਨਸਿਕਤਾ ਦੇ ਵਿੱਚ ਇਹ ਗੱਲ ਭਰਨਾ ਚਾਹੁੰਦਾ ਹੈ ਕਿ ਜਿੰਨਾ ਚਿਰ ਅਸੀਂ ਰਾਜ ਸੱਤਾ ਦੇ ਵਿੱਚ ਹੈ ਉਨਾ ਚਿਰ ਤੱਕ ਤੁਸੀਂ ਸੁਰੱਖਿਅਤ ਹੋ, ਜੇਕਰ ਸਾਡਾ ਰਾਜ ਨਾ ਹੋਇਆ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ। ਨਹੀਂ, ਉਸ ਰਾਜ ਸੱਤਾ ਦੀ ਵਿਚਾਰਧਾਰਾ ਦੇ ਅਧੀਨ ਲੋਕਾਂ ਦੇ ਉੱਪਰ ਜ਼ੁਲਮ ਕੀਤੇ ਜਾ ਰਹੇ ਨੇ, ਬਲਾਤਕਾਰ ਕੀਤੇ ਜਾ ਰਹੇ ਨੇ, ਲੋਕਾਂ ਦੇ ਨਾਲ ਵਿਸਾਖਾਤ ਕੀਤੇ ਜਾ ਰਹੇ ਨੇ, ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਲੋਕਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਆ ਪਿੱਛੇ ਜੇ ਸਾਰੇ ਵੀਰਾਂ ਨੇ ਹਾਥਰਸ ਦੀ ਘਟਨਾ ਦੀ ਗੱਲ ਕੀਤੀ ਹੈ ਨਾ, ਉਹਦੇ ਉੱਪਰ ਸੁਬੋਧ ਵਰਮਾ ਦਾ ਇੱਕ ਲੇਖ ਲਿਖਿਆ ਸੀ, ਕਿਸੇ ਨੇ ਸਾਂਝਾ ਕੀਤਾ। ਉਹਦੇ ਵਿੱਚ ਇੱਕ ਕਿਤਾਬ ਦਾ ਹਵਾਲਾ ਦਿੱਤਾ ਗਿਆ ਸੀ, ਸਾਵਰਕਰ ਦੀ ਕਿਤਾਬ ਹੈ ਦ 6 ਗਲੋਰੀਅਸ ਈਪੋਕਸ ਆਫ ਇੰਡੀਅਨ ਹਿਸਟਰੀ। ਉਹਦੇ ਵਿੱਚ ਉਹਨੇ ਗੱਲ ਪਤਾ ਕੀ ਹੈ, ਤੁਸੀਂ ਹੈਰਾਨ ਹੋ ਜਾਵੋਗੇ ਕਿ ਤੁਸੀਂ ਕਹਿੰਦੇ ਹੋ ਬਲਾਤਕਾਰ ਹੋ ਰਹੇ ਨੇ, ਉਹ ਇਹਨੂੰ ਜਸਟੀਫਾਈ ਕਿਵੇਂ ਕਰਦੇ ਨੇ। ਉਹ ਕਹਿੰਦੇ ਕਿ ਜੇਕਰ ਹਾਰੀ ਹੋਈ ਧਿਰ ਦੇ ਨਾਲ ਤੁਸੀਂ ਬਲਾਤਕਾਰ ਨਹੀਂ ਕਰਦੇ ਤੇ ਤੁਸੀਂ ਜੇਤੂ ਹੀ ਨਹੀਂ ਹੈਗੇ। ਉਹਦੇ ਵਿੱਚ ਨੁਕਸ ਕੱਢੇ ਜਾਂਦੇ ਆ, ਕਹਿੰਦੇ ਕਿ ਸ਼ਿਵਾਜੀ ਮਰਾਠੇ ਨੇ ਕਲਿਆਣ ਦੇ ਰਾਜੇ ਦੇ ਪਰਿਵਾਰ ਦੀਆਂ ਲੜਕੀਆਂ ਦੇ ਨਾਲ ਬਲਾਤਕਾਰ ਕਿਉਂ ਨਾ ਕੀਤੇ। ਉੱਥੇ ਬਲਾਤਕਾਰ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਸੋ ਇਹ ਸਾਨੂੰ ਸਮਝਣ ਦੀ ਲੋੜ ਹੈ। ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਨਾਲ ਵਿਸਾਖਾਤ ਕਰ ਰਹੇ ਨੇ, ਮੈਂ ਇੱਕ ਉਦਾਹਰਨ ਦੇਣਾ ਚਾਹੁੰਦਾ ਕਿ ਅਸੀਂ ਪੰਜਾਬ ਦੇ ਵਾਸਤੇ ਲੜਾਂਗੇ, ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ। ਅਸੀਂ ਪੰਜਾਬ ਦੀ ਜ਼ਰਾਇਤ ਦੇ ਵਾਸਤੇ, ਪੰਜਾਬ ਦੀ ਜ਼ਮੀਨ ਦੇ ਵਾਸਤੇ, ਪੰਜਾਬ ਦੀ ਸਨਅਤ ਦੇ ਵਾਸਤੇ, ਪੰਜਾਬ ਦੀ ਬੋਲੀ ਦੇ ਵਾਸਤੇ, ਪੰਜਾਬ ਦੇ ਪਾਣੀਆਂ ਦੇ ਵਾਸਤੇ ਅਸੀਂ ਲੜਾਂਗੇ। ਆ ਬੱਚੀ ਨੇ ਤੁਹਾਡੇ ਨਾਲ, ਪ੍ਰਭ ਨੂਰ ਹੀ ਨਾਮ ਦਾ ਬੱਚੀ ਨੇ ਸ਼ੁਰੂ ਦੇ ਵਿੱਚ ਗੀਤ ਸਾਂਝਾ ਕੀਤਾ ਸੀ, ਉਹਦੇ ਚ ਉਹਨੇ ਮੁੜਕਾ ਸ਼ਬਦ ਜਦੋਂ ਵਰਤਿਆ ਨਾ, ਤੇ ਮੈਨੂੰ ਲੱਗਾ ਕਿ ਹੁਣ ਅਸੀਂ ਲੜਾਈ ਸ਼ੁਰੂ ਕਰ ਲਈ ਹੈ। ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਤੇ ਸਾਡੇ ਬਾਪੂ ਨੇ ਕਹਿਣਾ ਮੁੜਕਾ ਬੜਾ ਆਇਆ, ਤੇ ਅਸੀਂ ਕਹਿਣਾ ਅਸੀਂ ਅੰਗਰੇਜ਼ਾਂ ਸਕੂਲਾਂ ਦੇ ਪੜ੍ਹੇ ਆ, ਬਾਪੂ ਮੁੜਕਾ ਨਹੀਂ ਪਸੀਨਾ ਹੁੰਦਾ ਹੈ। ਤੇ ਹੁਣ ਜਦੋਂ ਸ਼ਹਿਰਾਂ ਦੇ ਬੱਚੇ ਪਸੀਨੇ ਤੋਂ ਮੁੜਕੇ ਵੱਲ ਆ ਰਹੇ ਨੇ ਨਾ, ਤੇ ਇਹਨਾਂ ਦਾ ਮੁੜਕੇ ਵੱਲ ਆਉਣਾ ਦੱਸਦਾ ਕਿ ਅਸੀਂ ਸੰਘਰਸ਼ ਨੂੰ ਮੁੜ ਸੁਰਜੀਤ ਕਰਾਂਗੇ। ਅਸੀਂ ਉਸ ਬੋਲੀ ਦੇ ਨਾਲ ਜੁੜੇ ਹੋਏ, ਅਸੀਂ ਇਸ ਸੰਘਰਸ਼ ਨੂੰ ਸੁਰਜੀਤ ਕਰਾਂਗੇ। ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਇਤਿਹਾਸ ਦੇ ਵਿੱਚੋਂ, ਬੜੀ ਅਹਿਮ ਜੇ। ਅੱਜ ਜਿਹੜੇ ਲੋਕ ਕਹਿ ਰਹੇ ਨੇ ਕਿ ਇਹ ਲੋਕ ਇੱਕ ਵਿਸ਼ੇਸ਼ ਫਿਰਕੇ ਦੇ ਉੱਪਰ ਭੈ ਸਿਰਜਣ ਦੇ ਵਾਸਤੇ ਇਵੇਂ ਦੇ ਇਕੱਠ ਕਰ ਰਹੇ ਨੇ, ਬਿਲਕੁਲ ਭੈ ਸਿਰਜਣ ਵਾਸਤੇ ਨਹੀਂ ਕਰ ਰਹੇ, ਬਲਕਿ ਇਸ ਵਾਸਤੇ ਕਰ ਰਹੇ ਆ ਕਿ ਪੰਜਾਬ ਦੇ ਸਾਹਮਣੇ ਜੇ ਮਰਦਾ ਹੈ ਤੇ ਅਣਖ ਦੇ ਨਾਲ ਕੌਣ ਮਰੇਗਾ, ਤੇ ਜੇਕਰ ਗਦਾਰੀ ਕਰਕੇ ਅੱਖਾਂ ਝੁਕੀਆਂ ਹੋਈਆਂ ਤੇ ਕਿਸ ਦੀਆਂ ਝੁਕੀਆਂ ਹੋਣਗੀਆਂ। ਇੱਕ ਕਿਤੇ ਤੁਹਾਨੂੰ ਕਿਤਾਬ ਪੜ੍ਹਨ ਦਾ ਮੌਕਾ ਮਿਲੇ, ਰਸੂਲ ਹਮਜ਼ਾ ਤੌਬ ਦੀ ਕਿਤਾਬ ਹੈ ਮੇਰਾ ਦਾਗਿਸਤਾਨ। ਮੇਰਾ ਦਾਗਿਸਤਾਨ ਦੇ ਵਿੱਚ ਇੱਕ ਬਾਗੀ ਦੀ ਕਹਾਣੀ ਹੈ ਇਮਾਮ ਸ਼ਮੀਲ ਦੀ। ਇਮਾਮ ਸ਼ਮੀਲ ਨੇ ਬੜਾ ਲੰਬਾ ਸੰਘਰਸ਼ ਕੀਤਾ, ਬਹੁਤ ਲੰਬਾ ਸੰਘਰਸ਼। ਉਹਦੇ ਉਸ ਇਲਾਕੇ ਦੇ ਕੱਲੇ ਕੱਲੇ ਪੱਥਰ ਦੇ ਉੱਪਰ ਉਹਦੇ ਯੋਧਿਆਂ ਦਾ, ਉਹਦੀ ਉਮਤ ਦਾ ਖੂਨ ਡੁੱਲਿਆ ਸੀ। ਅਖੀਰ ਕਿਸੇ ਨੇ ਧੋਖਾ ਕੀਤਾ, ਮੈਦਾਨੇ ਜੰਗ ਦੇ ਵਿੱਚ ਪਿੱਠ ਦੇ ਵਿੱਚ ਖੰਜਰ ਮਾਰ ਦਿੱਤਾ, ਝੁੱਕ ਕੇ ਜ਼ਮੀਨ ਦੇ ਉੱਪਰ ਬੈਠਾ ਹੈ। ਜੇਤੂ ਜਰਨੈਲ ਰਸ਼ੀਆ ਦੇ ਜ਼ਾਰ ਦਾ ਬਿਰਿਆਤਿੰਸਕੀ ਉਹਦੇ ਸਾਹਮਣੇ ਖੜਾ ਹੈ, ਤੇ ਉਹਦੇ ਸਾਹਮਣੇ ਇਮਾਮ ਸ਼ਮੀਲ ਦੀ ਪਿੱਠ 'ਚ ਖੰਜਰ ਝੁਕਿਆ ਪਿਆ, ਧੋਖੇ ਦੇ ਨਾਲ ਵਾਰ ਹੋਇਆ ਸੀ। ਤੇ ਬਿਰਿਆਤਿੰਸਕੀ ਉਸ ਨੂੰ ਕਹਿੰਦਾ ਹੈ, ਉਹ ਕਹਿੰਦਾ ਇਮਾਮ ਸ਼ਮੀਲ, ਉਹ ਇਹਨਾਂ ਪੱਥਰਾਂ ਦੇ ਵਾਸਤੇ ਲੜਦਾ ਰਿਹਾ, ਇਹਨਾਂ ਪੱਥਰਾਂ ਨੇ ਤੈਨੂੰ ਕੀ ਦੇਣਾ, ਤੂੰ ਤੇ ਮੂਰਖ ਹੈ। ਕਹਿੰਦਾ ਮੂਰਖ ਮੈਂ ਨਹੀਂ, ਮੂਰਖ ਤੂੰ ਹੈ ਕਿ ਜਿਹੜਾ ਇਹਨਾਂ ਮੈਂ ਪੱਥਰਾਂ ਦੇ ਵਾਸਤੇ ਲੜਿਆ, ਕੱਲੇ ਕੱਲੇ ਪੱਥਰ ਦੇ ਉੱਪਰ ਮੇਰੀ ਉਮਤ ਦਾ ਖੂਨ ਡੁੱਲਿਆ ਸੀ, ਮੈਂ ਤੇ ਆਪਣੀ ਉਮਤ ਦੇ ਡੁੱਲੇ ਹੋਏ ਖੂਨ ਦੇ ਵਾਸਤੇ ਲੜਿਆ, ਤੂੰ ਕਿਉਂ ਲੜਿਆ। ਉਹ ਕਹਿੰਦਾ ਵੇਖ ਤੇਰੀ ਪਿੱਠ 'ਚ ਖੰਜਰ ਵੱਜਾ ਹੈ। ਉਹਦੇ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦਾ ਮੇਰੀ ਪਿੱਠ ਦੇ ਵਿੱਚ ਖੰਜਰ ਵੱਜਾ ਹੈ ਤੇ ਇਹ ਮੇਰੀ
ਕੁੱਬੀ ਹੋਈ ਪਿੱਠ ਇਹ ਤਾਂ ਕਬਰ 'ਚ ਪੈ ਕੇ ਸਿੱਧੀ ਹੋ ਜਾਵੇਗੀ, ਪਰ ਜਿੰਨੇ ਪਿੱਠ 'ਚ ਖੰਜਰ ਮਾਰਿਆ ਨਾ ਉਹਦੀਆਂ ਝੁਕੀਆਂ ਨਜ਼ਰਾਂ ਕਦੀ ਵੀ ਸਿੱਧੀਆਂ ਨਹੀਂ ਹੋਣੀਆਂ। ਸੋ ਇਸ ਗੱਲ ਨੂੰ ਯਾਦ ਰੱਖਿਓ ਕਿ ਅਸੀਂ ਇਸ ਪੰਜਾਬ ਦੇ ਵਾਸਤੇ, ਪੰਜਾਬੀਅਤ ਦੇ ਵਾਸਤੇ ਅੰਤ ਤੱਕ ਲੜਾਂਗੇ, ਪਰ ਜਿਹੜੇ ਇਸ ਪੰਜਾਬੀਅਤ ਦੇ ਸੰਘਰਸ਼ ਦੇ ਵਿੱਚ ਵਿਸਾਖ ਤੇ ਧਰੋ ਕਰ ਰਹੇ ਨੇ ਉਹਨਾਂ ਦੀਆਂ ਅੱਖਾਂ ਕਦੀ ਵੀ ਜ਼ੁਰਤ ਦੇ ਨਾਲ ਉੱਪਰ ਨਹੀਂ ਉੱਠ ਸਕਣੀਆਂ। ਸੋ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ। ਹੁਣ ਮੈਂ ਬੇਨਤੀ ਕਰਦਾ ਆਪਣੇ ਸਤਿਕਾਰਯੋਗ ਵੀਰ ਗੁਰਸਾਹਿਬ ਸਿੰਘ ਨੂੰ, ਅਗਲਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਨਗੇ। ਵੀਰ ਸਿੰਘ ਸਾਡਾ ਪੰਜਾਬੀ ਦਾ ਇੱਕ ਬਹੁਤ ਹੀ ਪਿਆਰਾ ਗਾਇਕ ਵੀਰ, ਜਿਹਨੇ ਅਖੀਰ ਦੇ ਵਿੱਚ ਸਾਰੇ ਪ੍ਰੋਗਰਾਮ ਨੂੰ ਸਮਾਪਤ ਕਰਨਾ ਹੈ। ਉਹਦੀਆਂ ਬੇਨਤੀਆਂ ਜ਼ਰੂਰ ਸੁਣ ਕੇ ਜਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।